ਡਾਕਟਰ ਸ਼ਾਮ ਸੁੰਦਰ ਦੀਪਤੀ ਦੀ ਪੁਸਤਕ ਮਾਨਸਿਕ ਰੋਗ ਤੇ ਸਾਡਾ ਸਮਾਜ। ਅਗਲਾ ਲੇਖ ਹੈ ਮਨ ਸਰੀਰ ਦਾ ਦੋਹਰਾਪਣ, ਪਾਗਲਪਣ। ਮਨੁੱਖ ਦੀ ਜ਼ਿੰਦਗੀ ਇੱਕੋ ਹੀ ਮੁੱਖ ਕਾਰਜ ਦੇ ਇਰਦ ਗਿਰਦ ਘੁੰਮਦੀ ਹੈ। ਕਿਸੇ ਨਾਲ ਜੁੜਨਾ, ਕਿਸੇ ਨਾਲ ਜੁੜਨ ਲਈ ਬਾਹਰੀ ਜਗਤ 'ਚ ਵਿਚਰਨਾ ਪੈਂਦਾ ਹੈ, ਕਿਸੇ ਦੀ ਤਲਾਸ਼ ਕਰਨੀ ਪੈਂਦੀ ਹੈ। ਤਲਾਸ਼ ਜ਼ਿੰਦਗੀ ਭਰ ਨਾ ਖਤਮ ਹੋਣ ਵਾਲੀ ਕਿਰਿਆ ਹੈ। ਜਦੋਂ ਤੱਕ ਮਨੁੱਖ ਦੀ ਸੋਚ ਹੈ ਤੇ ਜਦੋਂ ਦੀ ਇਹ ਹੋਂਦ ਚਾਹੀ ਹੈ, ਸੋਚ ਦਾ ਰੁਕ ਜਾਣਾ ਜ਼ਿੰਦਗੀ ਦਾ ਰੁਕ ਜਾਣਾ ਹੈ। ਦਰਅਸਲ ਮੰਜ਼ਿਲ ਕੋਈ ਨਹੀਂ ਹੁੰਦੀ, ਹੁੰਦੀਆਂ ਤਾਂ ਰਾਹਾਂ ਹਨ। ਮੰਜ਼ਿਲ ਤਾਂ ਇੱਕ ਬਹਾਨਾ ਹੈ, ਇੱਕ ਸ਼ਕਤੀ ਤੇ ਇੱਕ ਮੰਤਵ ਹੈ ਤੁਰਦੇ ਰਹਿਣ ਦਾ, ਨਹੀਂ ਤਾਂ ਜ਼ਿੰਦਗੀ ਖੜੇ ਪਾਣੀ ਵਰਗੀ ਹੋ ਜਾਏਗੀ। ਆਖਿਰ ਤਲਾਸ਼ ਕਿਉਂ ਤੇ ਕਿਸ ਦੀ? ਤਲਾਸ਼ ਤਾਂ ਮੁੱਖ ਇੱਕ ਹੀ ਹੁੰਦੀ ਹੈ, ਪਿਆਰ ਦੀ, ਚਾਹੇ ਮੂਰਤ ਜਾਂ ਅਮੂਰਤ ਵਸਤੂ ਨਾਲ ਹੋਵੇ। ਮਨੁੱਖ ਆਪਣੀ ਸਾਰੀ ਜ਼ਿੰਦਗੀ ਇਸ 'ਚ ਬਿਤਾ ਦਿੰਦਾ ਹੈ ਜਾਂ ਮੁਕਾ ਦਿੰਦਾ ਹੈ। ਇੱਕ ਵਾਰੀ ਇੱਕ ਕਲਾਕਾਰ ਤੋਂ ਪੁੱਛਿਆ ਗਿਆ ਤਾਂ ਉਹਨੇ ਕਿਹਾ, ਮਨੁੱਖ ਆਪਣੇ ਮਿੱਥੇ ਮੰਤਵ ਨੂੰ ਮੁੱਖ ਰੱਖ ਕੇ ਜ਼ਿੰਦਗੀ 'ਚ ਤੁਰਦਾ ਹੈ। ਮਿੱਥੇ ਮੰਤਵ ਵੱਲ ਤੁਰਦਿਆਂ ਉਹ ਕਈ ਔਕੜਾਂ ਨੂੰ ਵੇਖਦਾ ਹੈ, ਝੇਲਦਾ ਹੈ। ਜੇ ਉਹਦਾ ਮੰਤਵ ਪੂਰਾ ਹੋ ਜਾਂਦਾ ਹੈ ਤਾਂ ਤਲਾਸ਼ 'ਚ ਦੂਸਰੇ ਮੰਤਵ ਨੂੰ ਸਾਹਮਣੇ ਰੱਖ ਕੇ ਸ਼ੁਰੂ ਹੋ ਜਾਂਦੀ ਹੈ। ਜੇ ਉਹਨੂੰ ਮੰਜ਼ਿਲ ਨਹੀਂ ਮਿਲਦੀ, ਮੰਤਵ ਪੂਰਾ ਨਹੀਂ ਹੁੰਦਾ, ਤਾਂ ਉਹਨੂੰ ਇਹਨਾਂ ਔਕੜਾਂ ਨੂੰ ਸਾਹਮਣੇ ਰੱਖ ਕੇ ਤਜਰਬਿਆਂ ਨੂੰ ਲੈ ਕੇ ਵਾਪਸ ਮੁੜਨਾ ਹੁੰਦਾ ਹੈ। ਜੇਕਰ ਉਹਨੂੰ ਵਾਪਸੀ ਦਾ ਰਸਤਾ ਯਾਦ ਹੁੰਦਾ ਹੈ ਤਾਂ ਉਹ ਕਲਾਕਾਰ ਬਣ ਜਾਂਦਾ ਹੈ। ਜੇ ਉਹ ਵਾਪਸੀ ਦਾ ਰਸਤਾ ਭੁੱਲ ਜਾਏ ਤਾਂ ਔਕੜਾਂ ਵਾਲੇ ਮਾਹੌਲ ਵਿੱਚ, ਹਾਦਸਿਆਂ ਦੇ ਵਾਤਾਵਰਨ 'ਚ ਉਹ ਬੌਂਦਲ ਜਾਂਦਾ ਹੈ, ਆਪਣੇ ਆਪ ਨੂੰ ਬੋਝਲ ਮਹਿਸੂਸ ਕਰਦਾ ਹੈ, ਘਬਰਾ ਜਾਂਦਾ ਹੈ, ਫਿਰ ਉਹ ਪਾਗਲ ਹੋ ਜਾਂਦਾ ਹੈ। ਇਹ ਹੈ ਇੱਕ ਲੇਖਕ ਕਲਾਕਾਰ ਦਾ ਵਿਸ਼ਲੇਸ਼ਣ। ਜੁੜਨਾ, ਜੁੜਨ ਲਈ ਤਲਾਸ਼, ਤਜਰਬੇ ਤੇ ਔਕੜਾਂ, ਉਹਨਾਂ ਨਾਲ ਸਾਂਝ ਤੇ ਸਿਹਤਮੰਦ ਵਾਸੀ। ਇਹ ਵਿਸ਼ਲੇਸ਼ਣ ਕਾਫੀ ਹੱਦ ਤੱਕ ਸਹੀ ਹੈ। ਇੱਕ ਕਲਾਕਾਰ ਦੇ ਰੂਪ 'ਚ ਲੇਖਕ, ਪੇਂਟਰ, ਸ਼ਿਲਪਕਾਰ ਆਦਿ, ਇਹ ਇੱਕ ਸਿਹਤਮੰਦ ਵਾਪਸੀ ਹੈ। ਇਹ ਤੋਂ ਉਲਟ ਔਕੜਾਂ ਤੋਂ ਘਬਰਾ ਕੇ ਆਦਮੀ ਦਾ ਪਾਗਲ ਹੋਣਾ ਇੱਕ ਮਨੋਰੋਗੀ ਦੇ ਰੂਪ 'ਚ ਵਿਚਰਨ ਲਈ ਰਹਿ ਜਾਂਦਾ ਹੈ। ਵੈਸੇ ਰੋਜ਼ਮਰਾ ਦੀ ਜ਼ਿੰਦਗੀ 'ਚ ਆਪਾਂ ਪਾਗਲ ਕਿਸੇ ਨੂੰ ਵੀ ਕਹਿ ਲੈਂਦੇ ਹਾਂ। ਜੋ ਜ਼ਿਆਦਾ ਬੋਲਦਾ ਹੋਵੇ, ਅੱਡ-ਅੱਡ ਰਹਿੰਦਾ ਹੋਵੇ, ਤੁਹਾਡੇ ਤੋਂ ਵੱਖਰਾ ਹੋਵੇ, ਤਾਂ ਅਕਸਰ ਕਹਿ ਦਿੰਦੇ ਹਾਂ ਸਾਲਾ ਪਾਗਲ ਹੈ। ਪਰ ਜੇ ਪਾਗਲ ਨੂੰ ਮਨੋਵਿਗਿਆਨਕ ਭਾਸ਼ਾ 'ਚ ਘੱਟ ਤੋਂ ਘੱਟ ਸ਼ਬਦਾਂ 'ਚ ਪਰਿਭਾਸ਼ਿਤ ਕਰਨਾ ਹੋਵੇ ਤਾਂ ਕਹਿ ਸਕਦੇ ਹਾਂ, ਮਨ ਤੇ ਸਰੀਰ ਦੇ ਅੱਡ ਹੋ ਜਾਣ ਦੀ ਕਿਰਿਆ ਹੀ ਪਾਗਲਪਣ ਹੈ। ਸਰੀਰਕ ਤੇ ਮਾਨਸਿਕ ਕਿਰਿਆਵਾਂ ਵਿੱਚ ਜੇ ਵਖਰੇਵਾਂ ਹੋਵੇ, ਭਾਵ ਸਰੀਰ ਮਨ ਦੀ ਗੱਲ ਨਾ ਮੰਨੇ ਤੇ ਮਨ ਸਰੀਰਕ ਕਿਰਿਆਵਾਂ ਦੇ ਮੇਚ ਦਾ ਨਾ ਹੋਵੇ। ਸਰੀਰਕ ਕਿਰਿਆਵਾਂ ਮਿੱਥੀਆਂ ਹੋਈਆਂ ਹਨ, ਇਹਨਾਂ ਨੂੰ ਦਿਮਾਗ ਚਲਾਉਂਦਾ ਹੈ ਜਾਂ ਸਰੀਰ ਦੇ ਕੈਮੀਕਲ, ਹਾਰਮੋਨਸ ਤੇ ਇੰਜ਼ਾਈਮਸ। ਸਰੀਰਕ ਕਿਰਿਆਵਾਂ ਵਾਤਾਵਰਣ ਦੇ ਵਿੱਚ ਕਿਸੇ ਹਾਲਾਤ ਦੀ ਪ੍ਰਤੀਕਿਰਿਆ ਵਜੋਂ ਹੁੰਦੀਆਂ ਹਨ। ਸਮਾਜਿਕ ਵਾਤਾਵਰਣ ਦੀ ਸਿਰਜਣਾ ਮਨੁੱਖ ਨੇ ਕੀਤੀ ਹੈ। ਪਰਿਵਾਰ, ਸਕੂਲ, ਕੰਮ ਵਾਲੀ ਥਾਂ, ਧਾਰਮਿਕ ਨੈਤਿਕ ਸੰਸਥਾਵਾਂ, ਰਾਜਨੀਤਿਕ ਅਦਾਰੇ, ਕਲੱਬ ਆਦਿ ਮਨੁੱਖ ਨੇ ਆਪਣੇ ਵਿਕਾਸੀ ਦੌਰ 'ਚ ਸਿਰਜੇ ਤੇ ਅਪਣਾਏ ਹਨ। ਪਰ ਮਨ ਤਾਂ ਕਲਪਨਾ 'ਚ ਕਿਤੇ ਵੀ ਪਹੁੰਚ ਸਕਦਾ ਹੈ। ਪਰ ਆਮ ਜ਼ਿੰਦਗੀ 'ਚ ਦੋਹਾਂ ਦਾ ਸੰਤੁਲਨ ਰਹਿੰਦਾ ਹੈ ਤੇ ਮਨੁੱਖ ਸਾਵੀਂ ਸਥਿਤੀ 'ਚ ਰਹਿੰਦਾ ਹੈ। ਪਰ ਜੇ ਇਸ ਤਰ੍ਹਾਂ ਨਾ ਰਹੇ ਤਾਂ ਪਾਗਲਪਨ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਤੇ ਵਿਅਕਤੀ ਸਮਾਜਿਕ ਤੌਰ ਤੇ ਵੀ ਅਸੰਤੁਲਿਤ ਹੋ ਜਾਂਦਾ ਹੈ। ਮਨ, ਆਪਾ, ਵਿਅਕਤਿਤਵ, ਈਗੋ, ਸਵੈ, ਹੋਮਿਓ, ਆਤਮਾ ਆਦਿ ਸ਼ਬਦ ਆਪਸ ਵਿੱਚ ਇੱਕ ਦੂਜੇ ਦੇ ਪੂਰੇ ਤੌਰ ਤੇ ਸਮਾਨਾਰਥੀ ਸ਼ਬਦ ਤਾਂ ਨਹੀਂ, ਫਿਰ ਵੀ ਕਾਫੀ ਹੱਦ ਤੱਕ ਮਿਲਦੇ ਜੁਲਦੇ ਹਨ। ਅਲੱਗ-ਅਲੱਗ ਬੁੱਧੀਜੀਵੀਆਂ ਨੇ ਆਪਣੇ ਆਪਣੇ ਖੇਤਰ ਵਿੱਚ ਕੰਮ ਕਰਦੇ ਹੋਏ ਵੱਖਰੇ ਵੱਖਰੇ ਨਾਂ ਦਿੱਤੇ ਹਨ। ਮਨ ਇੱਕ ਵਿਕਸਿਤ ਹੋਣ ਵਾਲੀ ਚੀਜ਼ ਹੈ ਜੋ ਕਿ ਸ਼ੁਰੂ ਤੋਂ ਲੈ ਕੇ ਪੂਰੀ ਜ਼ਿੰਦਗੀ ਵਿਕਾਸ ਕਰਦਾ ਹੈ। ਇਹਨੂੰ ਦੋ ਤਰ੍ਹਾਂ ਨਾਲ ਕਿਹਾ ਜਾ ਸਕਦਾ ਹੈ। ਪਹਿਲਾ, ਸਮਾਜ ਦੇ ਵਿਕਾਸ ਦੇ ਨਾਲ-ਨਾਲ ਤੇ ਦੂਜਾ, ਜਨਮ ਦੇ ਵਿਕਾਸ ਦੇ ਨਾਲ-ਨਾਲ। ਸਮਾਜ ਦੇ ਵਿਕਾਸ ਦੇ ਨਾਲ-ਨਾਲ ਜਿਸ ਤਰ੍ਹਾਂ ਮਨੁੱਖ ਸ਼ੁਰੂ 'ਚ ਜਾਨਵਰਾਂ ਵਾਂਗ ਜੰਗਲਾਂ 'ਚ ਰਹਿੰਦਾ ਸੀ, ਹੌਲੀ-ਹੌਲੀ ਉਹਨੇ ਪੈਰਾਂ ਤੇ ਖੜਾ ਹੋਣਾ ਸਿੱਖਿਆ ਤੇ ਆਪਣੇ ਆਪ ਨੂੰ ਚੌਪਾਇਆ, ਮਤਲਬ ਚਾਰ ਪੈਰਾਂ ਵਾਲਿਆਂ ਤੋਂ ਵੱਖਰਾ ਕਰ ਲਿਆ। ਫਿਰ ਉਹਨੇ ਹੱਥਾਂ 'ਚ ਪੱਥਰ ਫੜ ਕੇ ਸ਼ਿਕਾਰ ਸ਼ੁਰੂ ਕੀਤਾ। ਹੱਥਾਂ ਦਾ ਵਿਕਾਸ ਹੁੰਦਾ ਗਿਆ। ਹੱਥ ਨੇ ਪੱਥਰ ਦੀ ਥਾਂ ਤੀਰ ਕਮਾਨ ਫੜ ਲਏ। ਦਿਮਾਗ ਨੇ ਔਕੜਾਂ ਨੂੰ ਮੁੱਖ ਰੱਖ ਕੇ ਹੋਰ ਨਵੇਂ ਤਰੀਕੇ ਲੱਭੇ। ਇਸ ਤਰ੍ਹਾਂ ਉਹਦਾ ਆਪਾ, ਵਿਅਕਤਿਤਵ ਨਿਖਰਦਾ ਗਿਆ, ਜੋ ਕਿ ਅੱਜ ਸਾਡੇ ਸਾਹਮਣੇ ਹੈ। ਇਹਨੂੰ ਆਪਾਂ ਪੱਥਰ ਯੁੱਗ, ਲੋਹ ਯੁੱਗ, ਮਸ਼ੀਨੀ ਯੁੱਗ ਆਦਿ ਕਾਲਾਂ ਵਿੱਚ ਵੰਡ ਕੇ ਵੀ ਅਧਿਐਨ ਕਰਦੇ ਹਾਂ। ਇਹ ਸਦੀਆਂ ਤੋਂ ਚੱਲੇ ਆ ਰਹੇ ਵਿਕਾਸ ਦੀ ਕਹਾਣੀ ਹੈ। ਇਸ ਤਰ੍ਹਾਂ ਪੈਰਾਂ ਤੇ ਖੜੇ ਹੋਣਾ, ਹੱਥਾਂ 'ਚ ਹਥਿਆਰ ਫੜਨੇ
ਤੇ ਦਿਮਾਗ ਦੀ ਵਰਤੋਂ ਕਰਦਿਆਂ ਮਨੁੱਖ ਅੱਜ ਇੱਕ ਖਾਸ ਮੁਕਾਮ ਤੇ ਪਹੁੰਚਿਆ ਹੈ। ਇਸੇ ਤਰ੍ਹਾਂ ਦਿਮਾਗ ਦੇ ਵਿਕਾਸ ਦੇ ਨਾਲ ਸਮਾਜ ਦੇ ਵਿਕਾਸ ਦੇ ਨਾਲ ਮਨ ਦਾ ਵੀ ਵਿਕਾਸ ਹੋਇਆ ਹੈ। ਦੂਸਰਾ ਹੈ ਜਨਮ ਦੇ ਵਿਕਾਸ ਦੇ ਨਾਲ ਇਹ ਮਨ ਦੇ ਵਿਕਾਸ ਦੀ ਉਹ ਕਿਰਿਆ ਜੋ ਮਨੁੱਖ ਦੇ ਜਨਮ ਤੋਂ ਸ਼ੁਰੂ ਹੁੰਦੀ ਹੈ। ਮੀਡ ਨੇ ਆਪਣੀ ਕਿਤਾਬ 'ਚ ਇਹਦਾ ਖੂਬਸੂਰਤ ਜ਼ਿਕਰ ਕੀਤਾ ਹੈ। ਮੀਡ ਨੇ ਇੱਕ ਪੰਛੀ ਜੋੜੇ ਬਾਰੇ ਤਜਰਬਾ ਲਿਖਿਆ। ਜਾਨਵਰਾਂ ਵਿੱਚ ਪ੍ਰਜਨਨ ਬੱਚਾ ਪੈਦਾ ਕਰਨ ਲਈ ਮਿਲਣਾ ਦੀ ਕਿਰਿਆ ਇੱਕ ਕੁਦਰਤੀ ਕਾਰਜ ਹੈ। ਮਾਦਾ ਪੰਛੀ ਮਿਲਣ ਤੋਂ ਪਹਿਲਾਂ ਇੱਕ ਖਾਸ ਕਿਸਮ ਦਾ ਨਾਚ ਕਰਦੀ ਹੈ ਤੇ ਉਹਨੂੰ ਵੇਖ ਕੇ ਨਰ ਪੰਛੀ ਆਪਣੀ ਕਿਸਮ ਦਾ ਨਾਚ ਕਰਦਾ, ਜਿਹਦਾ ਮਤਲਬ ਹਾਂ ਹੁੰਦਾ ਹੈ। ਮੀਡ ਆਖਦਾ ਹੈ ਕਿ ਇੱਥੇ ਪੰਛੀ ਆਪ ਨਹੀਂ ਕਹਿ ਰਿਹਾ ਹੁੰਦਾ, ਇੱਥੇ ਉਹਦਾ ਨਾਚ ਸੁਭਾਅ ਹਾਂ ਕਹਿ ਰਿਹਾ ਹੁੰਦਾ ਹੈ। ਇਸੇ ਤਰ੍ਹਾਂ ਜਦੋਂ ਬੱਚਾ ਰੋਂਦਾ ਹੈ ਤਾਂ ਮਾਂ ਸਮਝ ਜਾਂਦੀ ਹੈ ਉਹਦਾ ਕਾਰਨ ਬੱਚੇ ਦੀ ਭੁੱਖ ਹੈ ਜਾਂ ਦਰਦ। ਇਹਦੀ ਉਲਟ ਜਦੋਂ ਮਾਂ ਬੱਚੇ ਨੂੰ ਘੂਰ ਕੇ ਵੇਖਦੀ ਹੈ, ਬੱਚਾ ਵੀ ਉਹਨੂੰ ਸਮਝ ਲੈਂਦਾ ਹੈ। ਮੀਡ ਇਹਨੂੰ ਅਬੋਲੀ ਭਾਸ਼ਾ ਜਾਂ ਸੰਕੇਤਕ ਭਾਸ਼ਾ ਆਖਦਾ ਹੈ। ਇਹ ਤੋਂ ਮਗਰੋਂ ਜਦੋਂ ਬੱਚਾ ਬੋਲਣਾ ਸਿੱਖਦਾ ਤਾਂ ਹੁਣ ਉਹਨੂੰ ਸਮਝਾਇਆ ਜਾ ਸਕਦਾ ਹੈ ਕਿ ਕਿਸ ਚੀਜ਼ ਦਾ ਕੀ ਮਤਲਬ ਹੈ। ਭਾਸ਼ਾ 'ਚ ਸ਼ਬਦਾਂ ਦਾ ਸਿਰਫ ਨਾਂ ਤੱਕ ਹੀ ਮਕਸਦ ਨਹੀਂ ਹੁੰਦਾ, ਸਗੋਂ ਸ਼ਬਦਾਂ ਤੋਂ ਇਲਾਵਾ ਉਹਨਾਂ ਨਾਲ ਹੋਰ ਵੀ ਮਤਲਬ ਜੁੜਿਆ ਹੁੰਦਾ ਹੈ। ਹੁਣ ਜਦੋਂ ਮਾਂ ਕਹਿੰਦੀ ਹੈ ਮੈਂ ਗੁੱਸੇ ਹੋ ਜਾਵਾਂਗੀ ਤੇ ਹੁਣ ਉਹਨੂੰ ਘੂਰਨ ਦੀ ਜ਼ਰੂਰਤ ਨਹੀਂ ਹੁੰਦੀ ਤੇ ਹੁਣ ਬੱਚੇ ਲਈ ਗੁੱਸੇ ਦਾ ਅਰਥ ਘੂਰਨ ਤੋਂ ਬਗੈਰ ਵੀ ਗੁੱਸਾ ਹੁੰਦਾ ਹੈ। ਬੱਚਾ ਗੁੱਸੇ ਦਾ ਸਹੀ ਅਰਥ ਸਮਝ ਜਾਂਦਾ ਹੈ। ਮਾਂ ਦੀ ਮੌਜੂਦਗੀ ਤੇ ਗੈਰ ਮੌਜੂਦਗੀ ਵਿੱਚ ਵੀ ਇਸ ਸਮਝ ਦਾ ਨਾਂ ਮਨ ਹੈ। ਮੀਡ ਆਖਦਾ ਹੈ ਭਾਸ਼ਾ ਨਾਲ ਹੀ ਮਨ ਹੋਂਦ ਚ ਆਉਂਦਾ ਹੈ, ਇਸੇ ਲਈ ਜਾਨਵਰਾਂ ਤੇ ਮਨੁੱਖਾਂ 'ਚ ਵੱਡਾ ਫਰਕ ਮਨ ਦਾ ਹੈ। ਮੀਡ ਵੱਲੋਂ ਪ੍ਰਗਟਾਏ ਗਏ ਵਿਚਾਰਾਂ ਨੂੰ ਆਪਾਂ ਮਨ ਦਾ ਵਿਕਾਸ ਕਿਹਾ ਹੈ। ਇਹ ਇੱਕ ਤਰ੍ਹਾਂ ਦੀ ਸਮਝ ਹੈ ਜੋ ਬਚਪਨ ਤੋਂ ਸ਼ੁਰੂ ਹੋ ਜਾਂਦੀ ਹੈ। 2 ਸਾਲ ਦੀ ਉਮਰ ਤੋਂ ਬੱਚਾ ਬੋਲਣਾ ਸ਼ੁਰੂ ਕਰਦਾ ਹੈ ਤੇ ਪੂਰੀ ਜ਼ਿੰਦਗੀ ਤੱਕ ਚੱਲਦਾ ਹੈ। ਜਦੋਂ ਬੱਚੇ ਦਾ ਦਾਇਰਾ ਵੱਧਦਾ ਹੈ, ਘਰ ਤੋਂ ਗਲੀ ਮੁਹੱਲਾ ਤੇ ਫਿਰ ਸਕੂਲ, ਕਾਲਜ, ਯੂਨੀਵਰਸਿਟੀ ਤੇ ਫਿਰ ਕਾਰੋਬਾਰੀ, ਆਪਣੀ ਕਬੀਲਦਾਰੀ, ਤਾਂ ਉਹਦੇ ਨਵੇਂ ਮੇਲ ਜੋਲ ਤੇ ਨਵੇਂ ਤਜਰਬਿਆਂ ਦਾ ਖਜ਼ਾਨਾ ਵਿਕਸਿਤ ਹੁੰਦਾ ਹੈ ਜੋ ਕਿ ਮਨੁੱਖ ਦੇ ਵਿਅਕਤੀਤਵ ਨੂੰ ਸੰਵਾਰਦਾ ਤੇ ਨਿਖਾਰਦਾ ਹੈ, ਜਿਹਨੂੰ ਫਰਾਇਡ ਨੇ ਈਗੋ ਕਿਹਾ। ਮਤਲਬ ਮਨ ਦਾ ਉਹ ਹਿੱਸਾ ਜੋ ਕਿ ਲੋਕਾਂ ਵਿੱਚ ਵਿਚਰਨ ਨਾਲ ਹੋਂਦ ਵਿੱਚ ਆਉਂਦਾ ਹੈ ਤੇ ਮਨੁੱਖ ਨੂੰ ਸਮਾਜ ਵਿੱਚ ਕਾਰਜਸ਼ੀਲ ਕਰਨ ਲਈ ਇੱਕ ਸ਼ਕਤੀ ਵਜੋਂ ਕੰਮ ਕਰਦਾ ਹੈ। ਮਨੁੱਖ ਇੱਕ ਅੱਡੀ ਤਰ੍ਹਾਂ ਦਾ ਜੀਵ ਹੈ ਜਿਸ ਵਿੱਚ ਉਹਦਾ ਇਤਿਹਾਸਿਕ ਵਿਕਾਸ ਵੀ ਸ਼ਾਮਲ ਹੈ। ਮਨੁੱਖ ਨੂੰ ਪਰਿਭਾਸ਼ਿਤ ਕਰਨ ਜਾਂ ਕਹਿ ਲਓ ਮਨੁੱਖ ਨੂੰ ਸਮਝਣ ਲਈ ਇਸ ਸੱਚਾਈ ਨੂੰ ਮੱਦੇ ਨਜ਼ਰ ਰੱਖਣਾ ਬਹੁਤ ਜ਼ਰੂਰੀ ਹੈ। ਇਸ ਕਾਰਨ ਹੀ ਕੋਈ ਇੱਕ ਫਾਰਮੂਲਾ ਇਹ ਤੇ ਪੂਰਾ ਨਹੀਂ ਬੈਠਦਾ। ਇਸੇ ਲਈ ਨਾ ਤਾਂ ਉਹਦੀ ਸਰੀਰਕ ਬਣਤਰ ਨਾ ਹੀ ਮਾਨਸਿਕਤਾ ਉਹਦੀ ਹੋਂਦ ਨੂੰ ਮਿੱਥਣ ਵਾਲੇ ਹਨ। ਉਹ ਆਪਣੀ ਤਕਦੀਰ ਆਪ ਸਿਰਜਦਾ ਹੈ। ਜਦੋਂ ਆਪਣੇ ਹਾਲਾਤ ਵਿੱਚ ਸਮੱਸਿਆਵਾਂ ਨਾਲ ਇੱਕਮਿਕ ਹੁੰਦਾ ਹੈ, ਇਹ ਹਾਲਾਤ ਦੇ ਤਜਰਬੇ ਉਹਦੀ ਇਤਿਹਾਸਕ ਯਾਤਰਾ ਦੇ ਵਡਮੁੱਲੇ ਖਜ਼ਾਨੇ ਹਨ ਜੋ ਕਿ ਮਨੁੱਖ ਦੀ ਆਪਣੇ ਵਾਤਾਵਰਣ ਨਾਲ ਇੱਕ ਰੂਪਤਾ ਦਰਸਾਉਂਦੇ ਹਨ। ਮਨੁੱਖ ਦੀ ਸਾਰੀ ਕਹਾਣੀ ਵਿਅਕਤੀਤਵ ਤੇ ਵਸਤੂ ਦੀ ਆਪਸੀ ਮੇਲ ਜੋਲ ਤੇ ਉਹਨਾਂ ਦੇ ਇੱਕ ਰੂਪ ਹੋਣ ਦੀ ਕਹਾਣੀ ਹੈ। ਇਸ ਤਰ੍ਹਾਂ ਮਨੁੱਖ ਦੀ ਜ਼ਿੰਦਗੀ ਦੇ 3 ਮੁੱਖ ਧੁਰੇ ਹਨ। ਪਹਿਲਾ ਵਿਅਕਤੀਤਵ ਜਾਂ ਸ਼ਖਸੀਅਤ, ਦੂਜਾ ਵਸਤੂ, ਤੀਜਾ ਤਜਰਬਾ। ਵੈਸੇ ਤਾਂ ਤਿੰਨਾਂ ਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ, ਪਰ ਇਹਨਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਇਹਨਾਂ ਨੂੰ ਅੱਡ-ਅੱਡ ਕਰਕੇ ਵਿਸਥਾਰ ਨਾਲ ਜਾਣਾਂਗੇ। ਪਹਿਲਾ ਵਿਅਕਤੀਤਵ ਜਾਂ ਸ਼ਖਸੀਅਤ। ਰੋਜ਼ਮਰਾ ਦੀ ਜ਼ਿੰਦਗੀ 'ਚ ਆਪਾਂ ਕਿਸੇ ਨੂੰ ਵੀ ਮਹਾਨ ਵਿਅਕਤੀਤਵ ਕਹਿ ਕੇ ਸੰਬੋਧਿਤ ਹੋ ਜਾਂਦੇ ਹਾਂ, ਪਰ ਜੇ ਕੋਈ ਇਹਨੂੰ ਸਮਝਾਉਣ ਲਈ ਕਹੇ ਤਾਂ ਸਾਡੇ ਕੋਲ ਬਹੁਤ ਸ਼ਬਦ ਨਹੀਂ ਹੁੰਦੇ। ਵੱਧ ਤੋਂ ਵੱਧ ਕਹਿ ਸਕਦੇ ਹਾਂ ਕਿ ਦਿਲ ਖਿੱਚਵਾਂ ਹੋਵੇ, ਸਮਝਦਾਰ ਹੋਵੇ, ਕਹਿ ਲਓ ਕਿ ਮੈਂ ਤਾਂ ਬਸ ਉਹ ਤੋਂ ਪ੍ਰਭਾਵਿਤ ਹੋ ਗਿਆ। ਵਿਅਕਤੀਤਵ ਇੱਕ ਤਰ੍ਹਾਂ ਦੀ ਤਾਕਤ ਹੈ, ਇੱਕ ਖਿੱਚ ਹੈ ਜੋ ਕਿ ਇੱਕ ਵਿਅਕਤੀ ਨੂੰ ਦੂਜੇ ਵਿਅਕਤੀ ਵੱਲ ਖਿੱਚਦੀ ਹੈ, ਚੁੰਬਕੀ ਤਾਕਤ ਤਰ੍ਹਾਂ। ਇਹ ਤਾਕਤ 2 ਤਰ੍ਹਾਂ ਦੀ ਹੁੰਦੀ ਹੈ। ਪਹਿਲਾ ਜੀਵ ਸ਼ਕਤੀ, ਦੂਜਾ ਗਿਆਨ ਸ਼ਕਤੀ। ਜੀਵ ਸ਼ਕਤੀ ਮਨੁੱਖ ਦੀ ਸਰੀਰਕ ਤਾਕਤ ਹੈ ਜੋ ਕਿ ਕੰਮ ਰਾਹੀਂ ਕਿਰਿਆ ਰੂਪ 'ਚ ਸਮਾਜ ਦੇ ਅੱਗੇ ਪੇਸ਼ ਹੁੰਦੀ ਹੈ। ਗਿਆਨ ਸ਼ਕਤੀ ਸਾਡੀ ਸਿੱਖਿਆ ਹੈ ਜਾਂ ਤਜਰਬੇ, ਆਪਣੇ ਜਾਂ ਜੱਗ ਦੇ, ਜੋ ਕਿ ਸਾਡੇ ਕੋਲ ਖਜ਼ਾਨੇ ਦੀ ਤਰ੍ਹਾਂ ਹੁੰਦੇ ਹਨ। ਇਸ ਲਈ ਗਿਆਨ ਸ਼ਕਤੀ ਨੂੰ ਕਾਰਜਹੀਣ ਵੀ ਆਖਦੇ ਹਨ, ਕਿਉਂਕਿ ਗਿਆਨ ਸ਼ਕਤੀ ਨੂੰ ਆਪਾਂ ਸਿੱਧੇ ਤੌਰ ਤੇ ਇਸਤੇਮਾਲ ਨਾ ਕਰਕੇ ਆਪਣੇ ਕੋਲ ਸਾਂਭ ਕੇ ਰੱਖਦੇ ਹਾਂ, ਸਮੇਂ ਅਨੁਸਾਰ ਵਰਤਦੇ ਹਾਂ ਤੇ ਇਹ ਗਿਆਨ ਸ਼ਕਤੀ ਹੀ ਜੀਵ ਸ਼ਕਤੀ ਦੇ ਰੂਪ 'ਚ ਸਾਹਮਣੇ ਆਉਂਦੀ ਹੈ। ਇਹ ਗਿਆਨ ਸ਼ਕਤੀ ਜਨਮ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਵੈਸੇ ਕੁਝ ਕਿਰਿਆਵਾਂ ਜਾਨਵਰਾਂ ਵਿੱਚ ਵੀ ਦੇਖੀਆਂ ਜਾ ਸਕਦੀਆਂ, ਪਰ ਉਹ ਕਿਰਿਆਵਾਂ ਜਾਂ ਆਦਤਾਂ ਜਾਂ ਕੁਝ ਵੀ ਸਿੱਖਿਆ ਗਿਆ ਕਾਰਜ ਉਹ ਆਪਣੀ ਅਗਲੀ ਨਸਲ ਨੂੰ ਨਹੀਂ ਦੇ ਸਕਦੇ। ਪਰ ਮਨੁੱਖ ਵਿੱਚ ਕੁਦਰਤੀ ਕਿਰਿਆਵਾਂ ਤੋਂ ਇਲਾਵਾ ਸਿੱਖਣ ਪੜ੍ਹਨ ਦੀ ਵੱਖਰੀ ਸਮਰੱਥਾ ਹੈ। ਇਸ ਕਰਕੇ ਉਹ ਨਵੇਂ ਤਜਰਬੇ ਕਰਦਾ ਹੈ, ਹਾਦਸਿਆਂ ਨਾਲ ਨਜਿੱਠਦਾ ਹੈ, ਆਪਣੀ ਨਸਲ ਨੂੰ ਭਾਸ਼ਾ ਰਾਹੀਂ
ਉਹਨਾਂ ਤਜਰਬਿਆਂ ਤੋਂ ਜਾਣੂ ਕਰਵਾਉਂਦਾ ਹੈ। ਇਹਨਾਂ ਦੋਹਾਂ ਦਾ ਜੋੜ ਹੀ ਮਨੁੱਖ ਦੀ ਗਿਆਨ ਸ਼ਕਤੀ ਹੈ। ਮਨੁੱਖ ਜਾਂ ਕੋਈ ਜੀਵ ਉਹਨੂੰ ਆਪਣੀ ਹੋਂਦ ਕਾਇਮ ਰੱਖਣ ਲਈ ਜੀਣਾ ਹੁੰਦਾ ਹੈ। ਸਪਾਈਨੋਜ਼ਾ ਆਖਦਾ, ਮਨੁੱਖ ਜਾਂ ਜੀਵ ਦੀ ਕੋਈ ਵੀ ਕਿਰਿਆ ਉਸ ਦੀ ਕਿਸੇ ਨਾ ਕਿਸੇ ਇੱਛਾ ਦਾ ਫਲ ਹੁੰਦੀ ਹੈ, ਉਸੇ ਇੱਛਾ ਦੇ ਕਾਰਨ ਹੀ ਹੁੰਦੀ ਹੈ। ਇੱਛਾਵਾਂ ਸਾਡੀ ਸੁਭਾਵਕ ਪ੍ਰਵਿਰਤੀ ਦੀ ਦੇਣ ਹਨ ਤੇ ਸੁਭਾਵਕ ਪ੍ਰਵਿਰਤੀ ਸਾਡੀ ਹੋਂਦ ਨੂੰ ਮੁੱਖ ਰੱਖ ਕੇ ਬਣਦੀ ਹੈ। ਸੁਭਾਵਕ ਪ੍ਰਵਿਰਤੀ ਜੋ ਕਿ ਜਨਮ ਨਾਲ ਹੀ ਸਾਨੂੰ ਮਿਲਦੀ ਹੈ, ਜਿਵੇਂ ਬੱਚੇ ਨੂੰ ਭੁੱਖ ਲੱਗਣੀ, ਡਰ ਲੱਗਣਾ, ਪਿਆਰ ਆਉਣਾ ਆਦਿ, ਇਹ ਵੀ ਹੌਲੀ-ਹੌਲੀ ਵਿਕਾਸ ਹੁੰਦੀ ਹੈ ਤੇ ਇਹਦਾ ਵਿਕਾਸ ਵਾਤਾਵਰਨ ਨੂੰ ਮੁੱਖ ਰੱਖ ਕੇ ਹੁੰਦਾ ਹੈ। ਚਾਹੇ ਸਦੀਆਂ ਨਾਲ ਜੁੜੀ ਹੋਈ ਕਿਰਿਆ ਹੈ, ਜਿਸ ਕਾਰਨ ਇਹਦਾ ਨਵਾਂ ਤੇ ਬਦਲਿਆ ਰੂਪ ਸਾਹਮਣੇ ਆਉਂਦਾ ਹੈ। ਸਾਰੀ ਗੱਲ ਜੋ ਸਾਹਮਣੇ ਹੈ ਉਹ ਇਹ ਹੈ ਕਿ ਗਿਆਨ ਸ਼ਕਤੀ ਤੋਂ ਜੀਵ ਸ਼ਕਤੀ ਦਾ ਬਣਨਾ ਤੇ ਫਿਰ ਦੋਹਾਂ ਦੇ ਮੇਲ ਰਾਹੀਂ ਸੰਤੁਲਿਤ ਵਿਅਕਤਿਤਵ ਬਣਾਉਣਾ ਹੀ ਮੁੱਖ ਟੀਚਾ ਹੈ। ਜਿਵੇਂ ਪਹਿਲਾ ਜੀਵ ਸ਼ਕਤੀ ਦੇ ਰੂਪ 'ਚ ਸਾਡੇ ਆਪਣੇ ਸਰੀਰ ਦੀ ਗੁੰਜਾਇਸ਼ ਤੇ ਇਹਦੇ ਵਿਰੁੱਧ ਦੁਨੀਆ ਦਾ ਯਥਾਰਥ। ਦੂਜਾ ਜ਼ਿੰਦਗੀ ਦੀਆਂ ਵਿਰੋਧੀ ਹੋਰ ਸ਼ਕਤੀਆਂ ਤੇ ਮਨੁੱਖ ਦੀ ਪੂਰੀ ਮੁਹਾਰਤ। ਤੀਜਾ ਜ਼ਿੰਦਗੀ ਦੇ ਕੰਮਾਂ ਦੀ ਸੀਮਾ ਜਾਂ ਰੁਕਾਵਟਾਂ ਦੇ ਵਿਰੁੱਧ ਸਾਡੀ ਗੁੰਜਾਇਸ਼। ਕਹਿਣ ਦਾ ਮਤਲਬ ਕਿ ਮਨੁੱਖ ਨੂੰ ਸਮਾਜ ਵਿੱਚ ਗਤੀਸ਼ੀਲ ਰੱਖਣ ਵਾਲੀ ਸ਼ਕਤੀ ਗਿਆਨ ਹੈ, ਜੋ ਕਿ ਸੰਤੁਲਿਤ ਅਵਸਥਾ ਵਿੱਚ ਮਨੁੱਖ ਨੂੰ ਸੁਚਾਰੂ ਢੰਗ ਨਾਲ ਕੰਮ ਕਰਨ ਲਈ ਪ੍ਰੇਰਦੀ ਹੈ। ਪਰ ਜੇਕਰ ਗਿਆਨ ਸ਼ਕਤੀ ਦੇ ਉਲਟ ਜੀਵ ਸ਼ਕਤੀ ਦੀ ਵਰਤੋਂ ਕੀਤੀ ਜਾਏ ਤਾਂ ਦੋਹਾਂ ਦਾ ਸੰਤੁਲਨ ਟੁੱਟ ਜਾਂਦਾ ਹੈ ਤੇ ਮਾਨਸਿਕ ਰੋਗ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਜਿਸ ਤਰ੍ਹਾਂ ਕਿ ਭੁੱਖ ਲੱਗਣਾ ਇੱਕ ਸੁਭਾਵਕ ਪ੍ਰਵਿਰਤੀ ਹੈ, ਇੱਡ ਤੇ ਮਨੁੱਖ ਹਰ ਹਾਲਤ ਵਿੱਚ ਕੁਝ ਖਾਣਾ ਚਾਹੁੰਦਾ ਹੈ। ਸਮਾਜ ਵਿੱਚ ਨੈਤਿਕ ਨਿਯਮ ਹੈ ਸੁਪਰ ਈਗੋ ਕਿ ਚੋਰੀ ਨਹੀਂ ਕਰਨੀ, ਮਿਹਨਤ ਨਾਲ ਕੰਮ ਕਰਨਾ ਹੈ ਤੇ ਮਨੁੱਖ ਕੋਈ ਹੀਲਾ ਕਰਦਾ ਹੈ ਤੇ ਰੋਟੀ ਦਾ ਇੰਤਜ਼ਾਮ ਕਰਦਾ ਹੈ, ਈਗੋ। ਇਸੇ ਤਰ੍ਹਾਂ ਸੈਕਸ ਇੱਕ ਕੁਦਰਤੀ ਸੁਭਾਅ ਹੈ, ਇੱਡ, ਤੇ ਨੈਤਿਕਤਾ ਇਹ ਕਹਿੰਦੀ ਹੈ ਕਿ ਹਰ ਥਾਂ ਹਰ ਵੇਲੇ ਇਹ ਕਾਰਜ ਦਰੁਸਤ ਨਹੀਂ, ਸੁਪਰ ਈਗੋ। ਤੇ ਵਿਆਹ ਪ੍ਰਣਾਲੀ ਮਨੁੱਖੀ ਸਮਾਜ ਵਿੱਚ ਇਹਦਾ ਸੁਚਾਰੂ ਰੂਪ ਹੈ। ਦੂਸਰਾ ਹੈ ਵਸਤੂ। ਵਸਤੂ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਕਿ ਉਹ ਕੋਈ ਵੀ ਚੀਜ਼ ਜੋ ਕਿ ਸਾਡੇ ਬੌਧਿਕ ਤਜਰਬੇ ਦਾ ਹਿੱਸਾ ਹੈ, ਇਹਨੂੰ ਆਬਜੈਕਟ ਕਹਿੰਦੇ ਆ। ਵਿਅਕਤਿਤਵ ਨੂੰ ਵਸਤੂ ਨਾਲ ਜੋੜਨ ਦੀ ਜ਼ਰੂਰਤ ਹੁੰਦੀ ਹੈ, ਚਾਹੇ ਮੂਰਤ ਹੋਵੇ ਜਾਂ ਅਮੂਰਤ। ਕਿਸੇ ਵਸਤੂ ਨਾਲ ਜੁੜ ਕੇ ਵਿਅਕਤੀ ਗਤੀਸ਼ੀਲ ਹੁੰਦਾ ਹੈ ਤੇ ਕਿਰਿਆ ਮਤਲਬ ਸਿਰਜਣਾ ਹੀ ਮਨੁੱਖ ਦਾ ਮੁੱਖ ਮੰਤਵ ਹੈ। ਇਹਦੇ ਨਾਲ ਹੀ ਉਹ ਕੰਮ ਆਖਵਾਉਂਦਾ ਹੈ। ਮਨੁੱਖ ਸੁਭਾਅ ਤੋਂ ਹੀ ਕੰਮ ਹੈ, ਨਾ ਕਿ ਮਾਲਕ। ਇਸ ਨਾਲ ਹੀ ਉਹਨੂੰ ਸੰਤੁਸ਼ਟੀ ਮਿਲਦੀ ਹੈ, ਪਰ ਉਹ ਕੰਮ ਕਰਨ ਲਈ ਕਿਸੇ ਨਾਲ ਜੁੜਦਾ ਹੈ, ਜਿਹਨੂੰ ਅਸੀਂ ਵਸਤੂ ਆਖਦੇ ਹਾਂ। ਇਸ ਤਰ੍ਹਾਂ ਉਹ ਇੱਕ ਕਿਰਿਆਸ਼ੀਲ ਵਿਅਕਤੀ ਬਣਦਾ ਹੈ। ਸਮਾਜ ਵਿੱਚ ਵਿਚਰਦਿਆਂ ਵਿਅਕਤੀ ਦਾ ਸਾਹਮਣਾ ਦੋ ਤਰ੍ਹਾਂ ਦੀਆਂ ਵਸਤੂਆਂ ਨਾਲ ਹੁੰਦਾ ਹੈ। ਪਹਿਲਾ ਪ੍ਰਤੀਕ ਵਸਤੂਆਂ ਤੇ ਦੂਜਾ ਜਗਤ ਵਸਤੂਆਂ। ਪ੍ਰਤੀਕ ਵਸਤੂਆਂ ਨਾਲ ਜੁੜਨਾ ਮਨੁੱਖ ਦੀ ਇੱਕ ਵੱਖਰੀ ਪ੍ਰਾਪਤੀ ਹੈ, ਜੋ ਕਿ ਜਾਨਵਰਾਂ ਤੋਂ ਅੱਡ ਹੈ। ਪ੍ਰਤੀਕ ਵਸਤੂ ਇਸ਼ਾਰੇ ਤੋਂ ਅੱਡ ਹੈ। ਜਿਸ ਤਰ੍ਹਾਂ ਕੁੱਤਿਆਂ ਨੂੰ ਇਸ਼ਾਰੇ ਨਾਲ ਸਮਝਾਉਣਾ ਜਾਂ ਸਰਕਸ ਵਿੱਚ ਰਿੰਗ ਮਾਸਟਰ ਵੱਲੋਂ ਇਸ਼ਾਰੇ ਨਾਲ ਜਾਨਵਰਾਂ ਤੋਂ ਕੰਮ ਲੈਣਾ ਵੱਖਰਾ ਹੈ। ਪ੍ਰਤੀਕ ਵਸਤੂ ਤੋਂ ਭਾਵ ਹੈ ਜਦੋਂ ਮਾਂ ਬੱਚੇ ਨੂੰ ਕਹਿੰਦੀ ਹੈ, ਜੇ ਤੂੰ ਗਲਤੀ ਕਰੇਂਗਾ ਮੈਂ ਗੁੱਸੇ ਹੋ ਜਾਵਾਂਗੀ। ਗੁੱਸੇ ਸ਼ਬਦ ਦੇ ਨਾਲ ਉਸ ਸਥਿਤੀ ਨੂੰ ਜੋੜਨਾ ਹੈ ਕਿ ਉਸ ਵੇਲੇ ਮਾਂ ਦਾ ਵਤੀਰਾ ਕੀ ਹੋ ਸਕਦਾ ਹੈ। ਇਹ ਪ੍ਰਤੀਕ ਵਸਤੂ ਹੋ ਜਾਂਦੀ ਹੈ। ਪ੍ਰਤੀਕ ਵਸਤੂ ਸਮਝ ਨਾਲ ਜੁੜੀ ਹੋਈ ਹੈ, ਜੋ ਕਿ ਮਨ ਦੇ ਹੋਂਦ ਵਿੱਚ ਆਉਣ ਨਾਲ ਹੀ ਵਿਕਸਿਤ ਹੋਣੀ ਸ਼ੁਰੂ ਹੋ ਜਾਂਦੀ ਹੈ। ਕਲਾ ਦੇ ਸਾਰੇ ਰੂਪ ਪ੍ਰਤੀਕ ਵਸਤੂਆਂ ਨਾਲ ਜੁੜਨ ਦੀ ਕਿਰਿਆ ਹੈ। ਜਗਤ ਵਸਤੂ ਹਰ ਉਹ ਚੀਜ਼ ਜੋ ਕਿ ਸਾਡੇ ਸਾਹਮਣੇ ਹੈ, ਜੋ ਕਿ ਸਾਨੂੰ ਨਜ਼ਰ ਆਉਂਦੀ ਹੈ, ਭਾਵ ਘਰ, ਮਕਾਨ, ਦਰਖਤ, ਕਿਤਾਬਾਂ, ਦਫ਼ਤਰ, ਸਾਡੇ ਨਾਲ ਵਿਚਰਦੇ ਦੂਸਰੇ ਲੋਕ। ਹੁਣ ਜਿਸ ਤਰ੍ਹਾਂ ਦੋਹਾਂ ਸ਼ਕਤੀਆਂ ਦਾ ਸੰਤੁਲਨ ਹੋਣਾ ਜ਼ਰੂਰੀ ਹੈ, ਉਸੇ ਤਰ੍ਹਾਂ ਇਹਨਾਂ ਦੋਹਾਂ ਤਰ੍ਹਾਂ ਦੀਆਂ ਵਸਤੂਆਂ ਦਾ ਆਪਸੀ ਸੰਬੰਧ ਸੰਤੁਲਿਤ ਹੋਣਾ ਚਾਹੀਦਾ ਹੈ। ਪ੍ਰਤੀਕ ਵਸਤੂਆਂ ਨਾਲ ਜੁੜਨਾ ਸਾਡੇ ਸੱਭਿਆਚਾਰ ਨੂੰ ਵਧਾਉਂਦਾ ਹੈ, ਪਰ ਜਗਤ ਵਸਤੂਆਂ ਨਾਲ ਜੁੜਨਾ ਵੀ ਇੱਕ ਸੱਚਾਈ ਹੈ। ਜੇਕਰ ਪ੍ਰਤੀਕ ਵਸਤੂਆਂ ਜਗਤ ਵਸਤੂਆਂ ਤੇ ਹਾਵੀ ਹੋ ਜਾਣ ਤਾਂ ਆਦਮੀ ਆਪਣੀ ਵੱਖਰੀ ਜਿਹੀ ਦੁਨੀਆ ਬਣਾ ਕੇ ਰਹਿਣ ਲੱਗ ਪੈਂਦਾ ਹੈ, ਉਸ ਵਿੱਚ ਹੀ ਜਿਉਂਦਾ। ਵੈਸੇ ਇੱਕ ਕਲਾਕਾਰ ਦੀ ਜ਼ਿੰਦਗੀ ਵੀ ਵੱਖਰੀ ਹੁੰਦੀ ਹੈ, ਪਰ ਜਿਸ ਤਰ੍ਹਾਂ ਦੱਸਿਆ ਹੈ ਕਿ ਇਹ ਇੱਕ ਸਿਰਜਣਾਤਮਕ ਪੱਖ ਹੈ, ਨਹੀਂ ਤਾਂ ਅੱਡ ਦੁਨੀਆ 'ਚ ਜੀਣਾ, ਆਪਣੇ ਪ੍ਰਤੀਕਾਂ ਵਿੱਚ ਹੀ ਖੁੱਭੇ ਰਹਿਣਾ ਪਾਗਲਪਨ ਦੀਆਂ ਨਿਸ਼ਾਨੀਆਂ ਹਨ। ਕਵੀਆਂ ਬਾਰੇ ਸਪਸ਼ਟ ਹੈ ਕਿ ਉਹ ਜ਼ਿਆਦਾ ਕਲਪਨਾ ਕਰਦੇ ਹਨ, ਜ਼ਿਆਦਾ ਭਾਵੁਕ ਹੁੰਦੇ ਹਨ, ਉਹ ਮਨ ਦੀਆਂ ਤਰੰਗਾਂ ਨਾਲ ਜ਼ਿਆਦਾ ਵਾਸਤਾ ਰੱਖਦੇ ਹਨ। ਇਸ ਲਈ ਅੱਜ ਕੱਲ੍ਹ ਨਿੱਜੀ ਬਿੰਬਾਂ ਦੀ ਵਰਤੋਂ ਨਾਲ ਲਿਖੀਆਂ ਗਈਆਂ ਕਵਿਤਾਵਾਂ ਮਿਲਦੀਆਂ ਹਨ ਤਾਂ ਪਾਠਕ ਤੇ ਲੇਖਕ ਵਿੱਚ ਪਾਰਦਰਸ਼ੀ ਸ਼ੀਸ਼ੇ ਵਾਲੀ ਵਿੱਥ ਨਜ਼ਰ ਆਉਂਦੀ ਹੈ। ਲੇਖਕ ਨਜ਼ਰ ਆ ਰਿਹਾ, ਉਹਦੀ ਕਵਿਤਾ ਪੜ੍ਹੀ ਜਾਂ ਸੁਣੀ ਜਾ ਰਹੀ ਹੈ, ਪਰ ਆਪਸ 'ਚ ਸੰਪਰਕ ਨਹੀਂ ਬਣ ਰਿਹਾ। ਸਕਿਜ਼ੋਫਰੇਨੀਆ ਦਾ ਇੱਕ ਮੁੱਖ ਲੱਛਣ ਹੈ। ਤੀਸਰਾ ਹੈ ਤਜਰਬਾ।
ਜਦ ਵਿਅਕਤੀ ਵਸਤੂ ਨਾਲ ਜੁੜ ਕੇ ਸੰਸਾਰ 'ਚ ਕੰਮ ਕਰਦਾ ਹੈ ਤਾਂ ਉਹ ਔਕੜਾਂ ਨੂੰ ਝੇਲਦਾ ਹੈ, ਉਹਨਾਂ ਤੇ ਕਾਬੂ ਪਾਉਂਦਾ ਹੈ। ਇਹ ਉਹਦਾ ਤਜਰਬਾ ਬਣ ਜਾਂਦਾ ਹੈ। ਵੈਸੇ ਸਮਾਜ 'ਚ ਦੋ ਤਰ੍ਹਾਂ ਦੇ ਤਜਰਬੇ ਹੁੰਦੇ ਹਨ, ਹੱਡ ਬੀਤੀ, ਜਗ ਬੀਤੀ। ਆਦਮੀ ਕਿਸੇ ਵੀ ਹਾਲਤ ਦਾ ਵਾਸਤਵਿਕ ਤਜਰਬਾ ਕੀਤੇ ਬਿਨਾਂ ਉਹਨੂੰ ਬਿਆਨ ਕਰ ਸਕਦਾ ਹੈ। ਅਸਲ 'ਚ ਇਸ ਤਰ੍ਹਾਂ ਕਰਕੇ ਉਹ ਆਪਣੇ ਆਪ ਨੂੰ ਇੱਕ ਖਤਰੇ ਵੱਲ ਲੈ ਜਾ ਰਿਹਾ ਹੁੰਦਾ ਹੈ, ਕਿਉਂ ਜੋ ਆਦਮੀ ਦੇ ਪੂਰੇ ਵਿਅਕਤਿਤਵ ਨੂੰ ਵਿਕਸਿਤ ਕਰਨ 'ਚ ਸ਼ਬਦ ਦਾ ਕੋਈ ਅਰਥ ਨਹੀਂ ਹੁੰਦਾ ਜਦ ਤੱਕ ਉਹਨਾਂ ਨੂੰ ਕਿਸੇ ਹੱਡ ਮਾਸ ਦੇ ਨਾਲ, ਕਿਸੇ ਕਾਰਜ ਦੇ ਨਾਲ ਨਾ ਜੋੜਿਆ ਜਾਵੇ। ਕਿਤਾਬੀ ਤਜਰਬੇ ਨਾਲ ਮਨੁੱਖ ਆਪਣੇ ਵਿਅਕਤਿਤਵ ਨੂੰ ਕਾਲਪਨਿਕ ਜਗਤ ਵਿੱਚ ਘੜ ਕੇ ਪੇਸ਼ ਕਰਦਾ ਹੈ। ਇਸ ਤਰ੍ਹਾਂ ਉਹ ਆਪਣੇ ਆਪ ਨੂੰ ਅਸਲ ਜੀਵਨ ਤੋਂ ਨਿਖੇੜ ਕੇ ਕੰਮ ਪ੍ਰਤੀ ਕੀਤਾ ਗਿਆ ਵਾਅਦਾ ਤੇ ਵਿਸ਼ਵਾਸ ਤੋੜਦਾ ਹੈ ਤੇ ਉਹਦੀ ਅਸਲੀਅਤ ਨੂੰ ਇਨਕਾਰਦਾ ਹੈ। ਜਦੋਂ ਕੋਈ ਬਾਹਰੀ ਦੁਨੀਆ ਨਾਲ ਕੀਤਾ ਗਿਆ ਵਾਅਦਾ ਜਾਂ ਆਪਣੀ ਹੋਂਦ ਦੀ ਅਸਲੀ ਪਛਾਣ ਕੰਮ ਨੂੰ ਛੱਡ ਦਿੰਦਾ ਹੈ ਤਾਂ ਉਹ ਇਸ ਗਲਤੀ ਦਾ ਜਵਾਬ ਆਪਣੇ ਆਪ ਨੂੰ ਕਾਲਪਨਿਕ ਜਗਤ ਵਿੱਚ ਪਾ ਕੇ ਪੇਸ਼ ਕਰਦਾ ਹੈ। ਜੋ ਪਛਾਣ ਉਹਨੇ ਆਪਣੇ ਸਮਾਜ 'ਚ ਕੰਮ ਨਾਲ ਬਣਾਉਣੀ ਸੀ, ਉਹ ਕੰਮ ਕਰਨ ਤੇ ਹੁਣ ਉਹ ਯੋਗ ਨਹੀਂ ਹੁੰਦਾ ਤਾਂ ਜਿਸ ਮਨੋਸਥਿਤੀ ਵਿੱਚ, ਮਤਲਬ ਕਾਲਪਨਿਕ ਜਗਤ ਵਿੱਚ ਉਹ ਪਹੁੰਚ ਜਾਂਦਾ ਹੈ, ਉਹ ਪਾਗਲਪਨ ਦੀ ਸਥਿਤੀ ਹੀ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਵਿੱਚ ਵਸਤੂਆਂ ਨਾਲ ਜੁੜ ਕੇ ਤਜਰਬੇ ਹਾਸਲ ਕਰਕੇ ਇੱਕ ਨਰੋਆ ਵਿਅਕਤਿਤਵ ਬਣਦਾ ਹੈ। ਮੀਡ ਤੱਕ ਦੀ ਗੱਲ ਤੋਂ ਬਾਅਦ ਜਦੋਂ ਬੱਚਾ ਆਪਣੇ ਦਾਇਰੇ ਨੂੰ ਵਧਾਉਂਦਾ ਤੁਰਿਆ ਜਾਂਦਾ ਹੈ ਤਾਂ ਉਹ ਆਪਣੇ ਆਂਢ ਗੁਆਂਢ ਵਿੱਚੋਂ ਇੱਕ ਪਛਾਣ ਤੇ ਇੱਕ ਵਖਰੇਵਾਂ ਹਾਸਲ ਕਰਦਾ ਹੈ। ਜ਼ਿੰਦਗੀ 'ਚ ਘਟਨਾਵਾਂ, ਦੁਰਘਟਨਾਵਾਂ ਤਾਂ ਹੁੰਦੀਆਂ ਹੀ ਹਨ। ਜਦੋਂ ਮਨੁੱਖ ਘਰ ਦੀ ਚਾਰ ਦੀਵਾਰੀ ਨੂੰ ਛੱਡ ਕੇ ਬਾਹਰ ਆਉਂਦਾ ਹੈ ਤਾਂ ਜੋ ਗੱਲਾਂ ਸਾਹਮਣੇ ਆਉਂਦੀਆਂ ਹਨ, ਪਹਿਲਾ ਸਮੱਸਿਆਵਾਂ ਨਾਲ ਨਜਿੱਠਣਾ ਤੇ ਦੂਸਰਾ ਸਫਲਤਾਪੂਰਨ ਫੈਸਲਿਆਂ ਤੇ ਪੁੱਜਣਾ। ਜੋ ਵੀ ਕੰਮ ਅਸੀਂ ਕਰਦੇ ਹਾਂ ਉਸ 'ਚ ਗਲਤੀਆਂ ਵੀ ਹੋ ਸਕਦੀਆਂ ਹਨ। ਉਹਨਾਂ ਭੁੱਲਾਂ ਤੋਂ ਸਿੱਖਦੇ ਹੋਏ ਤੇ ਅਗਲੇ ਕਦਮ ਤੇ ਆਪਣੀਆਂ ਗਲਤੀਆਂ ਨੂੰ ਸੁਧਾਰਦੇ ਹੋਏ, ਸਿੱਖਦੇ ਹੋਏ ਅਸੀਂ ਆਪਣੇ ਆਪ ਨੂੰ ਪਰਖਦੇ ਹਾਂ ਤੇ ਅਗਾਂਹ ਤੁਰਦੇ ਹਾਂ ਤੇ ਤਜਰਬੇਕਾਰ ਬਣਦੇ ਜਾਂਦੇ ਹਾਂ। ਆਪਾਂ ਆਪਣੇ ਅੰਦਰਲੇ ਵਿਚਾਰਾਂ ਨੂੰ ਬਾਹਰਲੀ ਦੁਨੀਆ ਦੀਆਂ ਕਿਰਿਆਵਾਂ ਨਾਲ ਸਫਲਤਾਪੂਰਵਕ ਸਾਂਝਾ ਕਰਦੇ ਹਾਂ। ਇਹ ਸਾਂਝੇਦਾਰੀ ਜੇਕਰ ਸਾਡੇ ਆਪਣੇ ਹੱਕ 'ਚ ਹੁੰਦੀ ਹੈ ਤਾਂ ਖੁਸ਼ੀ ਪ੍ਰਾਪਤ ਹੁੰਦੀ ਹੈ। ਭਾਵ ਜਦੋਂ ਅੰਦਰਲੇ ਵਿਚਾਰ ਬਾਹਰਲੀਆਂ ਸਮੱਸਿਆਵਾਂ ਨੂੰ ਨਜਿੱਠਣ ਲਈ ਮਦਦ ਕਰਦੇ ਹਨ ਤਾਂ ਮਨੁੱਖ ਦਾ ਵਸਤੂ ਨਾਲ ਇੱਕ ਸੰਬੰਧ ਕਾਇਮ ਹੋ ਜਾਂਦਾ ਹੈ। ਜਿਸ ਤਰ੍ਹਾਂ ਕਿਤਾਬਾਂ ਪੜ੍ਹਦਿਆਂ ਕੋਈ ਡਾਕਟਰ ਆਪਰੇਸ਼ਨ ਕਰਨ ਦੇ ਤਰੀਕੇ ਨੂੰ ਸਿੱਖਦਾ ਹੈ, ਫਿਰ ਵੇਖਦਾ ਹੈ ਜਾਂ ਲੱਛਣਾਂ ਨੂੰ ਸਾਹਮਣੇ ਰੱਖ ਕੇ ਬਿਮਾਰੀ ਦੀ ਛਾਣਬੀਨ ਕਰਨਾ ਸਿੱਖਦਾ ਹੈ। ਬਾਅਦ 'ਚ ਡਾਕਟਰ ਪੇਸ਼ੇ ਵਿੱਚ ਡਾਕਟਰੀ ਦੀ ਕੁਰਸੀ ਤੇ ਬੈਠ ਕੇ ਮਰੀਜ਼ ਦਾ ਸਹੀ ਰੋਗ ਬੁੱਝਦਾ ਹੈ ਤੇ ਸਹੀ ਦਵਾਈ ਦੇ ਕੇ ਉਹਨੂੰ ਰਾਜੀ ਕਰਦਾ ਹੈ, ਜਾਂ ਕੋਈ ਆਪਰੇਸ਼ਨ ਪਹਿਲੀ ਵਾਰ ਕਰਦਾ ਹੈ ਤਾਂ ਉਹਨੂੰ ਠੀਕ ਕਰਕੇ ਉਹਨੂੰ ਖੁਸ਼ੀ ਮਿਲਦੀ ਹੈ, ਉਸ ਨਾਲ ਜੁੜ ਜਾਂਦਾ ਹੈ। ਮੈਂ ਤੋਂ ਮੇਰੇ ਤੱਕ ਦਾ ਸਫ਼ਰ ਉਹਦੇ ਵਿਅਕਤਿਤਵ ਨੂੰ ਸ਼ਕਤੀਸ਼ਾਲੀ ਬਣਾਉਂਦੇ ਚਲੇ ਜਾਂਦੇ ਹਨ। ਜਿਸ ਤਰ੍ਹਾਂ ਉਹਦਾ ਦਾਇਰਾ ਵੱਧਦਾ ਜਾਂਦਾ ਹੈ, ਉਸੇ ਤਰ੍ਹਾਂ ਮੈਂ ਤੋਂ ਮੇਰੇ ਹੋਣ ਦਾ ਦਾਇਰਾ ਵੱਧਦਾ ਹੈ। ਉਹਦੀ ਸਾਂਝੇਦਾਰੀ ਵੱਧਦੀ ਹੈ। ਸਾਂਝੇਦਾਰੀ ਤੋਂ ਮਤਲਬ ਹੈ ਨੇੜਤਾ। ਨੇੜਤਾ ਤੋਂ ਭਾਵ ਹੈ ਆਪਸੀ ਦੂਰੀ ਦਾ ਘੱਟ ਹੋਣਾ ਤੇ ਇੱਕਮਿਕ ਹੋਣਾ। ਇਸ ਤਰ੍ਹਾਂ ਮਨੁੱਖ ਦੁਨੀਆ 'ਚ ਆਉਣ ਵਾਲੀਆਂ ਵਸਤੂਆਂ ਨਾਲ ਇੱਕਮਿਕ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਉਸ ਕੋਲ ਤਜਰਬਿਆਂ ਦਾ ਖਜ਼ਾਨਾ ਇਕੱਠਾ ਹੋ ਜਾਂਦਾ ਹੈ। ਇਸ ਤਰ੍ਹਾਂ ਸਰੀਰ ਤੇ ਮਨ ਨੂੰ ਇੱਕ ਕਰਕੇ ਇਹਨਾਂ ਵਿੱਚ ਆਪਸੀ ਸੁਮੇਲ ਪੈਦਾ ਕਰਕੇ ਮਨੁੱਖ ਇਸ ਦੋਹਰੇਪਣ ਤੋਂ ਦੂਰ ਰਹਿਣ ਦੇ ਕਾਬਲ ਹੁੰਦਾ ਹੈ। ਬਾਲਡਵਿਨ ਇਸ ਸਾਰੀ ਗੱਲ ਨੂੰ ਇੱਕ ਸਮੀਕਰਨ ਦੇ ਫਾਰਮੂਲੇ 'ਚ ਪੇਸ਼ ਕਰਦਾ ਹੈ। ਅੰਦਰਲੇ ਵਿਚਾਰ ਤੇ ਬਾਹਰੀ ਕਿਰਿਆ, ਇੱਕਮਿਕ ਹੋਣਾ, ਤਜਰਬਿਆਂ ਦਾ ਖਜ਼ਾਨਾ, ਸੰਤੋਸ਼ਜਨਕ ਤਜਰਬਾ ਵਿਅਕਤਿਤਵ ਦਾ ਹਿੱਸਾ। ਬਾਲਡਵਿਨ ਦਾ ਵਿਅਕਤਿਤਵ ਦੇ ਵਿਕਾਸ ਦਾ ਫਾਰਮੂਲਾ ਇਹ ਹੈ। ਹੁਣ ਆਪਾਂ ਆਉਂਦੇ ਹਾਂ ਪਾਗਲਪਨ ਤੇ। ਮਨ ਸਰੀਰ ਦਾ ਦੋਹਰਾਪਣ ਵੱਲ ਕਿਸ ਤਰ੍ਹਾਂ ਇਸ ਬਿਮਾਰੀ ਦੇ ਲੱਛਣ ਪੈਦਾ ਹੁੰਦੇ ਹਨ। ਅੰਤਰਮੁਖੀ ਹੋਣਾ, ਬਾਹਰੀ ਸਮਾਜ ਤੋਂ ਮੂੰਹ ਮੋੜ ਲੈਣਾ, ਇੱਕ ਤਰ੍ਹਾਂ ਦੀ ਉਹ ਸਥਿਤੀ ਹੈ ਜਿਸ 'ਚ ਆਦਮੀ ਆਪਣੇ ਆਲੇ ਦੁਆਲੇ ਦੀਆਂ ਗੱਲਾਂ ਨੂੰ ਗੌਲਦਾ ਹੀ ਨਹੀਂ। ਉਹ ਆਪਣੇ ਆਪ ਨੂੰ ਜ਼ਿੰਦਗੀ ਤੋਂ ਪਿੱਛੇ ਖਿੱਚ ਲੈਂਦਾ ਹੈ, ਆਪਣਾ ਇੱਕ ਅੱਡ ਜਿਹਾ ਸੰਸਾਰ ਬਣਾ ਕੇ ਰਹਿਣ ਲੱਗ ਪੈਂਦਾ ਹੈ। ਬਾਹਰਲੀ ਦੁਨੀਆ ਨਾਲ ਉਹਦਾ ਰਿਸ਼ਤਾ ਆਪਾਂ ਨੂੰ ਕੀ ਵਰਗਾ ਹੋ ਜਾਂਦਾ ਹੈ। ਸੋਚ ਤੇ ਕਿਰਿਆ 'ਚ ਅੰਤਰ। ਆਦਮੀ ਸੋਚਦਾ ਕੁਝ ਤੇ ਕਰਦਾ ਕੁਝ ਹੈ। ਆਪਣੇ ਕਾਲਪਨਿਕ ਸੰਸਾਰ ਵਿੱਚ ਵਿਚਰਦਾ ਹੋਇਆ ਜੋ ਉਹਦੇ ਮਨ 'ਚ ਆਉਂਦਾ ਬੋਲਦਾ ਜਾਂਦਾ ਹੈ। ਉਸ ਨਾਲ ਗੱਲ ਕਰ ਰਿਹਾ ਕੋਈ ਵੀ ਆਦਮੀ ਜਾਂ ਡਾਕਟਰ ਉਸ ਨਾਲ ਕੋਈ ਵੀ ਵਿਚਾਰ ਸਾਂਝਾ ਨਹੀਂ ਕਰ ਸਕਦਾ, ਜਿਵੇਂ ਕੋਈ ਕੱਚ ਦੀ ਦੀਵਾਰ ਦੋਹਾਂ ਵਿਚਕਾਰ ਹੋਵੇ। ਇੱਕ ਪਾਗਲ ਵਿਅਕਤੀ ਦੀ ਗੱਲ ਦਾ ਨਮੂਨਾ ਪੇਸ਼ ਹੈ। ਇਹ ਦੇਖੋ ਮੇਰੀਆਂ ਉਂਗਲਾਂ, ਮੈਂ ਪੇਂਟਿੰਗ ਕਰ ਲੈਂਦੀ ਹਾਂ, ਸਨਸੈਟ, ਮੈਂ ਕੈਨੇਡਾ ਜਾਵਾਂਗੀ, ਉੱਥੇ ਕਲਰਡ ਟੀਵੀ ਹੁੰਦਾ ਹੈ, ਮੈਂ ਅੰਗਰੇਜ਼ੀ ਬੋਲ ਸਕਦੀ ਹਾਂ, ਪੜ੍ਹਾ ਸਕਦੀ ਹਾਂ,
ਤੁਸੀਂ ਨਹੀਂ ਪੜ੍ਹਾ ਸਕਦੇ। I cannot eat ghost, मैं घास खा सकती हूँ, तुसी नहीं खा सकते। मैं हिंदी भी बोल सकती हूँ, मुझे गोल्ड मेडल मिलना था, मेरियां उंगलियां देखो, मैं कैनेडा जाऊंगी। जिस तरह के आदमी नूं होंद विच आउण लई वस्तु नाल जुड़ना हुंदा है, पर वो अपने आप नूं प्रतीकात्मक वस्तुआं नाल वधेरे जोड़ लैंदा है ते ਉਹਨੂੰ ਆਪਣੇ ਕਾਬੂ 'ਚ ਲੈ ਲੈਂਦੀਆਂ ਹਨ। ਤੀਸਰਾ, ਸ਼ੱਕ ਕਰਨਾ। ਇਹ ਕਾਫੀ ਸੁਲਝੇ ਹੋਏ ਤਰੀਕੇ ਨਾਲ ਵੀ ਪੇਸ਼ ਕੀਤੇ ਜਾਂਦੇ ਹਨ। ਕਿਸੇ ਨੂੰ ਉਹਦੀ ਗੱਲ ਤੇ ਵਿਸ਼ਵਾਸ ਆ ਜਾਂਦਾ ਹੈ, ਪਰ ਗੱਲਾਂ ਵਿੱਚ ਕੁਝ ਇਸ ਤਰ੍ਹਾਂ ਵੀ ਦੱਸ ਜਾਂਦਾ ਹੈ ਕਿ ਉਹਦੇ ਪਾਗਲਪਨ ਦੀ ਝਲਕ ਮਿਲ ਜਾਂਦੀ ਹੈ। ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਹੈ, ਆਦਮੀ ਆਪਣੀ ਭਾਸ਼ਾ ਤੇ ਸੰਕੇਤ ਸਮਾਜ ਵਿੱਚੋਂ ਹੀ ਲੈਂਦਾ ਹੈ, ਉਸ ਨਾਲ ਹੀ ਸਮਾਜ ਵਿੱਚ ਵਿਚਰਦਾ ਹੈ। ਉਦਾਹਰਨ ਦੇ ਤੌਰ ਤੇ ਇੱਕ ਮਰੀਜ਼ ਦਾ ਇੱਕ ਮੁਰਗੀ ਫਾਰਮ GT ਰੋਡ ਤੇ ਸੀ। ਉਹਨੇ ਕਿਹਾ, ਸੜਕ ਤੇ ਸਾਰਾ ਦਿਨ ਰੂਸ ਤੇ ਅਮਰੀਕਾ ਦੀਆਂ ਕਾਰਾਂ ਘੁੰਮਦੀਆਂ ਰਹਿੰਦੀਆਂ ਹਨ, ਇਹਨਾਂ 'ਚ ਉਹਨਾਂ ਦੇ ਜਾਸੂਸ ਹੁੰਦੇ ਹਨ। ਉਹ ਤੇਰੇ ਪਿੱਛੇ ਕਿਉਂ ਲੱਗੇ ਨੇ? ਮੈਂ ਇੰਜੀਨੀਅਰ ਹਾਂ ਨਾ, ਮੇਰੇ ਕੋਲ ਇੱਕ ਫਾਰਮੂਲਾ ਜੋ ਹੈ, ਉਹ ਉਸ ਫਾਰਮੂਲੇ ਨੂੰ ਹਾਸਲ ਕਰਨਾ ਚਾਹੁੰਦੇ ਹਨ। ਕਿਹੜਾ ਫਾਰਮੂਲਾ ਹੈ? ਮੈਂ ਇੱਕ ਇੰਜਨ ਬਣਾਉਣਾ ਚਾਹੁੰਦਾ ਜੋ ਕਿ ਤੂੜੀ ਨਾਲ ਚੱਲੇਗਾ। ਇਹ ਸ਼ੱਕ ਕਰਨਾ ਉਹਦਾ ਇਸ ਗੱਲ ਨਾਲ ਜੁੜਿਆ ਹੁੰਦਾ ਹੈ ਕਿ ਉਹ ਕੋਈ ਬਹੁਤ ਵੱਡੀ ਸ਼ਖਸੀਅਤ ਹੈ, ਜਿਵੇਂ ਕਿਸੇ ਦੇਸ਼ ਦਾ ਰਾਜਾ, ਜਾਂ ਇੱਥੋਂ ਤੱਕ ਕਿ ਕੋਈ ਆਪਣੇ ਆਪ ਨੂੰ ਰੱਬ ਹੀ ਸਮਝਣ ਲੱਗ ਪੈਂਦਾ ਹੈ। ਸਾਰੀ ਗੱਲ ਦਾ ਸਿੱਟਾ ਹੀ ਹੈ, ਮਨੁੱਖ ਨੂੰ ਜ਼ਰੂਰਤ ਹੈ ਤਜਰਬਿਆਂ ਤੇ ਹਾਦਸਿਆਂ ਭਰੇ ਸੰਸਾਰ 'ਚ ਆਪਣੇ ਆਪ ਨੂੰ ਸੰਤੁਸ਼ਟ ਕਰਨ ਦੀਆਂ ਸੰਭਾਵਨਾਵਾਂ ਦੀ। ਜਦੋਂ ਕਿਸੇ ਵੀ ਕਾਰਨ ਕਰਕੇ ਉਹਨੂੰ ਸੁਤੰਤਰ ਦਾਇਰਾ ਨਹੀਂ ਲੱਭਦਾ ਤਾਂ ਉਹ ਟੁੱਟ ਜਾਂਦਾ ਹੈ, ਆਪਣੀ ਸਵੈ ਸ਼ਕਤੀ ਅੱਗੇ ਝੁਕ ਜਾਂਦਾ ਹੈ। ਇਹ ਝੁਕਣਾ ਆਰਜੀ ਵੀ ਹੋ ਸਕਦਾ ਹੈ, ਪੱਕੇ ਤੌਰ ਤੇ ਵੀ ਹੋ ਸਕਦਾ ਹੈ। ਫਿਰ ਮਾਨਸਿਕ ਰੋਗ ਦੀ ਸਥਿਤੀ ਪੈਦਾ ਹੁੰਦੀ ਹੈ। ਮਾਰਕਸ ਆਖਦਾ ਹੈ ਕਿ ਜਦੋਂ ਆਦਮੀ ਅਮੂਰਤ ਖਿਆਲਾਂ ਦੇ ਮੁਕਾਬਲੇ ਵਿੱਚ ਆਪਣੀ ਹੋਂਦ ਦੀ ਸੱਚਾਈ ਤੋਂ ਟੁੱਟ ਜਾਂਦਾ ਹੈ ਤਾਂ ਐਲੀਨੇਟ ਹੋ ਜਾਂਦਾ ਹੈ। ਮਾਰਕਸ ਅੱਗੇ ਆਖਦਾ ਹੈ ਕਿ ਜੇ ਕੋਈ ਆਦਮੀ ਆਪਣੀ ਪੈਦਾਵਾਰ ਤੋਂ ਦੂਰ ਹੋ ਜਾਂਦਾ ਹੈ ਤਾਂ ਉਹ ਦੂਸਰੇ ਲੋਕਾਂ ਤੋਂ ਵੀ ਅੱਡ ਹੋ ਜਾਂਦਾ ਹੈ, ਅਜਨਬੀ ਹੋ ਜਾਂਦਾ ਹੈ। ਐਲੀਨੇਸ਼ਨ ਹੈ ਹੀ ਅਜਨਬੀਪਨ, ਇਹੀ ਹੁੰਦਾ ਪਾਗਲਪਨ 'ਚ। ਮਰੀਜ਼ ਆਪਣੇ ਵਿਅਕਤਿਤਵ ਨੂੰ ਉਜਾਗਰ ਕਰਨ ਲਈ ਕਲਪਨਾ ਜਗਤ ਦਾ ਸਹਾਰਾ ਲੈਂਦਾ ਹੈ ਤੇ ਅਸਲੀ ਦੁਨੀਆ ਤੋਂ ਮੂੰਹ ਮੋੜ ਲੈਂਦਾ ਹੈ। ਇਹ ਤੋਂ ਯਥਾਰਥ ਤੋਂ ਪਰੇ ਚਲਾ ਜਾਂਦਾ ਹੈ। ਵੈਸੇ ਮਨ ਤੇ ਸਰੀਰ ਦਾ ਦੋਹਰਾਪਣ ਕੋਈ ਮੂਲ ਪ੍ਰਵਿਰਤੀ ਨਹੀਂ ਹੈ। ਗਿਆਨ, ਅਕਲ, ਤਰਕ ਤੇ ਆਪਣੇ ਵਿਅਕਤਿਤਵ ਦੇ ਪ੍ਰਗਟਾਵੇ ਰਾਹੀਂ ਹਰ ਇੱਕ ਵਿਅਕਤੀ ਬਾਹਰ ਜਗਤ ਤੇ ਕਾਬੂ ਪਾਉਣ ਲਈ ਆਪਣੀ ਵਿਚਾਰ ਪ੍ਰਕਿਰਿਆ ਦਾ ਪ੍ਰਯੋਗ ਕਰਦਾ ਹੈ। ਇਹ ਦੋਹਰਾਪਣ ਉਦੋਂ ਹੁੰਦਾ ਜਦੋਂ ਕੋਈ ਵਿਅਕਤੀ ਵਿਚਾਰ ਤੇ ਕਲਪਨਾ ਦਾ ਇਸਤੇਮਾਲ ਆਪਣੇ ਮਨ ਤੋਂ ਆਪਣੇ ਪ੍ਰਤੀ ਹਾਮੀ ਲੈਣ ਲਈ ਕਰਦਾ ਹੈ, ਬਨਸਪਤ ਇਹਦੇ ਕਿ ਉਹ ਕੰਮ ਕਰਕੇ ਆਪਣੇ ਆਪ ਨੂੰ ਜਾਂਚੇ ਤੇ ਪਰਖੇ। ਇਹ ਉਹ ਸਥਿਤੀ ਹੈ ਜੋ ਕਿ ਉਦੋਂ ਪੈਦਾ ਹੁੰਦੀ ਹੈ ਜਦੋਂ ਕੋਈ ਸਮਝਦਾ ਹੈ ਕਿ ਉਹਦੇ ਅੰਦਰ ਇੱਕ ਵਿਚਾਰ ਕਿਰਿਆ ਹੈ ਜੋ ਕਿ ਬਾਹਰੀ ਜਗਤ ਵਸਤੂ ਤੋਂ ਅੱਡ ਹੈ। ਮਤਲਬ ਉਹਦੀ ਅੰਦਰਲੀ ਵਿਚਾਰਧਾਰਾ ਦੀ ਆਪਣੀ ਇੱਕ ਹੋਂਦ ਹੁੰਦੀ ਹੈ ਜੋ ਕਿ ਉਹਨੂੰ ਬਾਹਰੀ ਦੁਨੀਆ ਤੇ ਕਾਬੂ ਪਾਉਣ ਲਈ ਇਜਾਜ਼ਤ ਨਹੀਂ ਦਿੰਦੀ, ਉਹ ਤੇ ਹਾਵੀ ਹੁੰਦੀ ਹੈ। ਠੀਕ ਪਾਗਲਪਨ 'ਚ ਮਨੁੱਖ ਆਪਣੇ ਆਪ ਨੂੰ ਪ੍ਰਤੀਕ ਵਸਤੂਆਂ ਨਾਲ ਜੋੜ ਲੈਂਦਾ ਹੈ। ਮੇਰੀਆਂ ਉਂਗਲਾਂ ਦੇਖੋ, ਮੈਂ ਪੇਂਟਿੰਗ ਕਰ ਸਕਤੀ ਹੂੰ, ਮੈਂ ਕੈਨੇਡਾ ਜਾਊਂਗੀ, ਵਹਾਂ ਕਲਰ TV ਹੋਤਾ ਹੈ। ਬਾਲਡਵਿਨ ਜਦੋਂ ਆਖਦਾ ਹੈ ਕਿ ਮਨ ਤੇ ਸਰੀਰ ਦਾ ਦੋਹਰਾਪਣ ਕੋਈ ਮੂਲਭੂਤ ਸਥਿਤੀ ਨਹੀਂ ਹੈ, ਇਹ ਸਥਿਤੀ ਪੈਦਾ ਉਦੋਂ ਹੁੰਦੀ ਹੈ ਜਦੋਂ ਮਨੁੱਖ ਆਪਣੀ ਸਵੈ ਸ਼ਕਤੀ ਨੂੰ ਵਿਕਾਸ ਕਰਨ 'ਚ ਅਸਫਲ ਰਹਿ ਜਾਂਦਾ ਹੈ। ਜਦ ਮਨੁੱਖ ਵਸਤੂ ਜਗਤ ਨਾਲ ਇੱਕਮਿਕ ਨਹੀਂ ਹੁੰਦਾ, ਉਹਦਾ ਫਾਰਮੂਲਾ ਇੰਜ ਹੋ ਜਾਂਦਾ ਹੈ। ਵਸਤੂ ਜਗਤ ਨਾਲ ਇੱਕਮਿਕ ਨਾ ਹੋਣਾ, ਸਵੈ ਸ਼ਕਤੀ ਦਾ ਵਿਕਾਸ ਨਾ ਹੋਣਾ, ਟੁੱਟ ਜਾਣਾ, ਤਜਰਬਿਆਂ ਦੀ ਘਾਟ, ਇੱਕਮਿਕ ਹੋਣ 'ਚ ਅਸਫਲਤਾ ਤੇ ਮਨ ਸਰੀਰ ਦਾ ਦੋਹਰਾਪਣ। ਵਿਅਕਤੀ ਤੋਂ ਵਿਅਕਤਿਤਵ ਬਣਨ ਦਾ ਸਫ਼ਰ ਵਸਤੂਆਂ ਨਾਲ ਜੁੜ ਕੇ ਸਫਲ ਤਜਰਬਿਆਂ ਤੱਕ ਪਹੁੰਚਣ ਦਾ ਹੈ। ਰਸਤੇ 'ਚ ਵਿਅਕਤੀ, ਜੀਵ ਸ਼ਕਤੀ ਤੇ ਗਿਆਨ ਸ਼ਕਤੀ, ਵਸਤੂ, ਪ੍ਰਤੀਕ ਵਸਤੂ ਤੇ ਜਗਤ ਵਸਤੂ, ਤਜਰਬਾ, ਜਗ ਬੀਤੀ ਤੇ ਹੱਡ ਬੀਤੀ, ਕਿਤੇ ਵੀ ਕੋਈ ਘਾਟ ਜਾਂ ਸੰਤੁਲਨ ਮਨੁੱਖ ਨੂੰ ਮਾਨਸਿਕ ਰੋਗ ਵੱਲ ਲਿਜਾ ਸਕਦਾ ਹੈ। ਜਿਸ ਤਰ੍ਹਾਂ ਦੱਸਿਆ ਜਾ ਚੁੱਕਿਆ ਕਿ ਵਿਅਕਤੀ ਆਪਣੀ ਹੋਂਦ ਲਈ ਵਸਤੂਆਂ ਨਾਲ ਜੁੜਦਾ ਹੈ, ਉਸ ਕੋਲ ਹੌਸਲਾ ਇਕੱਠਾ ਹੁੰਦਾ ਹੈ, ਜਿਹਨੂੰ ਮੰਤਵ ਦੀ ਸ਼ਬਦਾਵਲੀ ਵੀ ਕਿਹਾ ਹੈ। ਉਦਾਸੀ ਰੋਗ 'ਚ ਰੋਗੀ ਕੋਲ ਮੰਤਵ ਦੀ ਸ਼ਬਦਾਵਲੀ ਘੱਟ ਹੁੰਦੀ ਹੈ, ਕੰਮ ਕਰਨ ਲਈ ਹੱਲਾਸ਼ੇਰੀ ਘੱਟ ਹੁੰਦੀ ਹੈ, ਜਿਹਦੇ ਕਾਰਨ ਉਹ ਆਪਣੇ ਜੀਵਨ ਦੀਆਂ ਸਮੱਸਿਆਵਾਂ ਨੂੰ ਨਜਿੱਠਣ 'ਚ ਸਫਲ ਨਹੀਂ ਹੁੰਦਾ ਤੇ ਉਹ ਹਥਿਆਰ ਸੁੱਟ ਦਿੰਦਾ ਹੈ। ਇਹਦੇ ਉਲਟ ਪਾਗਲਪਨ 'ਚ ਮਨੁੱਖ ਕੋਲ ਮੰਤਵ ਦੀ ਸ਼ਬਦਾਵਲੀ ਜ਼ਿਆਦਾ ਹੁੰਦੀ ਹੈ। ਉਹਨੂੰ ਸਮਝ ਨਹੀਂ ਆਉਂਦੀ ਕਿ ਉਹ ਇਹਦੀ ਵਰਤੋਂ ਕਿੱਥੇ ਕਰੇ। ਉਹ ਆਪਣੀ ਕਲਪਨਾ ਰਾਹੀਂ ਪ੍ਰਤੀਕ ਵਸਤੂਆਂ ਨਾਲ ਜੁੜ ਕੇ ਜਗ ਬੀਤੀ ਦੇ ਆਧਾਰ ਤੇ ਹੱਲਾਸ਼ੇਰੀ ਦਾ ਖਜ਼ਾਨਾ ਇਕੱਠਾ ਕਰਦਾ ਹੈ। ਉਹਦਾ ਯਥਾਰਥਕ ਤਜਰਬਾ ਨਾ ਹੋਣ ਕਰਕੇ
ਉਹ ਕਲਪਨਾ ਜਗਤ 'ਚ ਕੰਮ ਕਰਦਾ ਹੈ, ਐਕਸ਼ਨ ਇਨ ਫੈਂਟੇਸੀ। ਦੂਸਰੀ ਗੱਲ, ਜਿਸ ਤਰ੍ਹਾਂ ਉਦਾਸੀ ਰੋਗ 'ਚ ਦੇਖਿਆ ਗਿਆ ਸੀ ਕਿ ਉਹਨੂੰ ਸਮਝ ਨਹੀਂ ਆਉਂਦੀ ਕਿ ਉਹਦੀਆਂ ਅਸਫਲਤਾਵਾਂ ਦਾ ਕਾਰਨ ਹੈ ਕੀ, ਤੇ ਫਿਰ ਉਹ ਆਪਣੇ ਆਪ ਨੂੰ ਦੋਸ਼ੀ ਕਰਾਰ ਕਰਨ ਲੱਗ ਪੈਂਦਾ ਹੈ। ਮੈਂ ਕਿਸੇ ਜੋਗਾ ਨਹੀਂ, ਮੈਂ ਸਮਾਜ ਤੇ ਬੋਝ ਹਾਂ, ਮੈਨੂੰ ਮਰ ਜਾਣਾ ਚਾਹੀਦਾ ਹੈ। ਇਹਦੇ ਉਲਟ ਪਾਗਲਪਨ 'ਚ ਆਦਮੀ ਆਪਣੇ ਆਪ ਨੂੰ ਫੈਂਟੇਸੀ ਵਿੱਚ ਜਿਉਣ ਲਈ ਲੈ ਜਾਂਦਾ ਹੈ। ਉਸ ਕੋਲ ਕੰਮ ਕਰਨ ਦਾ ਹੌਸਲਾ ਹੁੰਦਾ ਹੈ, ਪਰ ਉਹ ਹੌਸਲਾ ਦੁਨਿਆਵੀ ਹਾਲਤ ਵਿੱਚ ਕੰਮ ਕਰਨ ਦਾ ਨਹੀਂ ਹੁੰਦਾ, ਬਲਕਿ ਫੈਂਟੇਸੀ 'ਚ ਕੰਮ ਕਰਨ ਦਾ ਹੁੰਦਾ ਹੈ, ਤੂੜੀ ਨਾਲ ਚੱਲਣ ਵਾਲਾ ਇੰਜਨ ਬਣਾਉਣਾ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਮਾਨਸਿਕ ਰੋਗ ਜਾਂ ਅਸਾਧਾਰਨ ਮਾਨਸਿਕ ਸਥਿਤੀ ਦਾ ਮੂਲ ਕਾਰਨ ਹੈ ਟੁੱਟਣਾ, ਐਲੀਨੇਟ ਹੋਣਾ। ਇਸ ਲਈ ਮਾਨਸਿਕ ਰੋਗਾਂ ਤੋਂ ਛੁਟਕਾਰਾ ਪਾਉਣ ਦਾ ਮੂਲ ਮੁੱਦਾ ਇਹ ਹੋਣਾ ਚਾਹੀਦਾ ਹੈ ਕਿ ਮਨੁੱਖ ਨੂੰ ਉਹ ਮਾਹੌਲ ਦਿੱਤਾ ਜਾਏ ਜਿਸ ਰਾਹੀਂ ਉਹ ਆਪਣੇ ਆਲੇ ਦੁਆਲੇ ਨਾਲ ਜੁੜ ਸਕੇ। ਧੰਨਵਾਦ।